ਸੋ ਜਦ ਆਪਾਂ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਗੱਲ ਕਰਦੇ ਹਾਂ, ਆਪਾਂ ਸਿਰਫ ਉਹਨਾਂ ਦੀ ਗੱਲ ਨਹੀਂ ਕਰਦੇ ਹਾਂ, ਆਪਾਂ ਹਰ ਇੱਕ ਉਹ 25,000 ਲਾਵਾਰਸ ਲਾਪਤਾ ਕੀਤੇ ਗਏ ਜਿਨ੍ਹਾਂ ਦੀ ਲਾਸ਼ ਉਹਨਾਂ ਦੇ ਪਰਿਵਾਰ ਤੱਕ ਨਹੀਂ ਦਿੱਤੀ ਗਈ। ਤੇ ਲੋਕੀ ਕਹਿੰਦੇ ਨੇ ਕੌਣ ਨੇ ਇਹ ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਵਜੋਂ ਪੇਸ਼ ਕਰ ਰਹੇ ਹਾਂ, ਕਿਉਂਕਿ ਉਹਨਾਂ ਨੇ ਕੋਈ ਵਿਤਕਰਾ ਨਹੀਂ ਕੀਤਾ ਕਿ ਕਿਸ ਮਨੁੱਖ ਦੇ ਅਧਿਕਾਰਾਂ ਦਾ ਘਾਣ ਹੁੰਦਾ ਆ। ਉਹਨਾਂ ਨੇ ਸਭ ਦੇ ਵਾਸਤੇ ਆਵਾਜ਼ ਬੁਲੰਦ ਕੀਤੀ। ਦਰਦ ਦੀ ਗੱਲ ਹੈ ਤੇ ਮੈਂ ਇਹ ਕਿਤਾਬ ਲਿਖਦਿਆਂ 2 ਸਾਲ ਵਿੱਚ ਰੋਜ਼ ਰੋਈ ਹਾਂ, ਕਿਉਂਕਿ 84 ਔਰ ਉਹ ਵੇਲਾ ਅਸੀਂ ਹੰਡਾਇਆ। ਗੁਰਮੀਤ ਕੌਰ ਪੰਜਾਬ ਦੇ ਪ੍ਰਸਿੱਧ ਲੇਖਿਕਾ ਨੇ, ਜਿਨ੍ਹਾਂ ਦੇ ਵੱਲੋਂ ਜਸਵੰਤ ਸਿੰਘ ਖਾਲੜਾ ਦੇ ਉੱਤੇ ਇੱਕ ਕਿਤਾਬ ਮਰਜੀਵੜਾ ਜਸਵੰਤ ਸਿੰਘ ਖਾਲੜਾ ਲਿਖੀ ਗਈ, ਜਿਸ ਦੇ ਵਿੱਚ ਉਹਨਾਂ ਨੇ ਹਰ ਇੱਕ ਚੀਜ਼ ਜਸਵੰਤ ਸਿੰਘ ਖਾਲੜਾ ਬਾਰੇ ਲਿਖੀ, ਉਹਨਾਂ ਦੇ ਬਚਪਨ ਬਾਰੇ। ਉਸ ਤੋਂ ਇਲਾਵਾ ਚਾਹੇ ਉਹ 65 ਦੀ ਜੰਗ ਸੀ ਜਾਂ ਫਿਰ 1984 ਦੇ ਵਿੱਚ ਦਰਬਾਰ ਸਾਹਿਬ ਤੇ ਜੋ ਹਮਲਾ ਹੋਇਆ, ਹਰ ਇੱਕ ਚੀਜ਼ ਨੂੰ ਕਿਤਾਬ ਦੇ ਵਿੱਚ ਦਰਜ ਕਰਕੇ ਗੁਰਮੀਤ ਕੌਰ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਆਖਿਰ ਜਸਵੰਤ ਸਿੰਘ ਖਾਲੜਾ ਕੌਣ ਸਨ, ਕਿਸ ਤਰੀਕੇ ਦੇ ਨਾਲ ਜਸਵੰਤ ਸਿੰਘ ਖਾਲੜਾ ਨੇ ਇੱਕ ਸੰਘਰਸ਼ ਵਿੱਢਿਆ ਸੀ ਤੇ ਕਿਸ ਤਰੀਕੇ ਦੇ ਨਾਲ ਪੁਲਿਸ ਨੇ ਉਹਨਾਂ ਨੂੰ ਲਾਪਤਾ ਕਰ ਦਿੱਤਾ ਤੇ ਉਸ ਤੋਂ ਬਾਅਦ ਕਤਲ ਕਰ ਦਿੱਤਾ। ਅੱਜ ਅਸੀਂ ਗੁਰਮੀਤ ਕੌਰ ਹੋਰਾਂ ਦੇ ਨਾਲ ਹੀ ਗੱਲਬਾਤ ਕਰ ਰਹੇ ਹਾਂ ਜਸਵੰਤ ਸਿੰਘ ਖਾਲੜਾ ਦੀ ਪੂਰੀ ਜੀਵਨੀ ਬਾਰੇ। ਸਤਿ ਸ਼੍ਰੀ ਅਕਾਲ ਗੁਰਮੀਤ ਕੌਰ ਜੀ। ਸਤਿ ਸ਼੍ਰੀ ਅਕਾਲ ਜੀ। ਜਿਵੇਂ ਮੈਂ ਕਿਹਾ ਕਿ ਤੁਸੀਂ ਉਹਨਾਂ ਲੇਖਕਾਂ ਦੇ ਵਿੱਚੋਂ ਇੱਕ ਹੋ ਜਿਨ੍ਹਾਂ ਨੇ ਜਸਵੰਤ ਸਿੰਘ ਖਾਲੜਾ ਜੀ ਦੀ ਪੂਰੀ ਜੀਵਨੀ ਨੂੰ ਇੱਕ ਕਿਤਾਬ ਦੇ ਵਿੱਚ ਦਰਜ ਕਰ ਦਿੱਤਾ। ਤੁਸੀਂ ਤਾਂ ਬਾਤਾਂ ਲਿਖਦੇ ਸੀ, ਬਾਤਾਂ ਪਾਉਂਦੇ ਸੀ ਪੰਜਾਬੀ ਦੀਆਂ, ਲੋਕਧਾਰਾ ਦੀਆਂ। ਫਿਰ ਉਸ ਤੋਂ ਬਾਅਦ ਤੁਹਾਨੂੰ ਕਿਵੇਂ ਲੱਗਿਆ ਕਿ ਜਸਵੰਤ ਸਿੰਘ ਖਾਲੜਾ ਦੇ ਉੱਤੇ ਇੱਕ ਕਿਤਾਬ ਹੋਣੀ ਬੇਹੱਦ ਜ਼ਰੂਰੀ ਹੈ? ਹਾਂਜੀ, ਇਹਦੇ 2-4 ਕਾਰਨ ਨੇ। 1951 ਵਿੱਚ 91 ਵਿੱਚ ਮੈਂ USA ਆਈ ਸੀਗੀ। ਉਸੇ ਟਾਈਮ ਜਸਵੰਤ ਸਿੰਘ ਖਾਲੜਾ ਜੋ ਮੇਰੇ ਤੋਂ 20 ਕੁ ਸਾਲ ਵੱਡੇ ਸੀਗੇ, ਉਹ ਪੰਜਾਬ ਛੱਡ ਕੇ UK ਚਲੇ ਗਏ, ਕੈਨੇਡਾ। ਉਹਨਾਂ ਨੇ ਅਸਾਈਲਮ ਲਿੱਤਾ ਸੀ UK, ਕਿਉਂਕਿ ਉਹਨਾਂ ਦੀ ਜਾਨ ਨੂੰ ਖਤਰਾ ਸੀਗਾ ਪੰਜਾਬ 'ਚ। ਤੇ ਅਸੀਂ ਪਹਿਲੀ ਵਾਰੀ, ਹੁਣ ਇੰਟਰਨੈਟ ਨਹੀਂ ਹੁੰਦਾ ਸੀ ਉਸ ਵੇਲੇ, ਪਰ ਇੱਕ ਬੁਲੇਟਿਨ ਬੋਰਡ ਸਟਾਰਟ ਹੋ ਰਹੇ ਸੀਗੇ। ਮੈਂ ਯੂਨੀਵਰਸਿਟੀ ਇੱਥੇ ਪੜ੍ਹਨ ਆਈ ਸੀ। ਸੋ ਇੱਕ ਖਾਲਸਾ ਨੈਟ ਕਰਕੇ ਬੁਲੇਟਿਨ ਬੋਰਡ ਸੀਗਾ, ਉੱਥੇ ਮੈਂ ਉਹਦੀ ਮੈਂਬਰ ਬਣੀ। ਤੇ ਵਨ ਆਫ ਦਾ ਫਰਸਟ ਸਿੱਖਾਂ ਦਾ ਜਿਹੜਾ ਇੰਟਰਨੈਟ ਦੇ ਰਾਹੀਂ ਕਨੈਕਸ਼ਨ ਜਿਹੜਾ ਹੋਇਆ, ਉਹਦੇ ਰਾਹੀਂ ਮੈਨੂੰ ਜਸਵੰਤ ਸਿੰਘ ਖਾਲੜਾ ਬਾਰੇ ਪਤਾ ਚੱਲਿਆ ਕਿ ਉਹ ਮਨੁੱਖੀ ਅਧਿਕਾਰਾਂ ਦੇ ਰਾਖੇ ਨੇ ਤੇ ਉਹਨਾਂ ਦੇ ਨਾਲ ਪੰਜਾਬ ਦੇ ਜਿਹੜੇ ਡਿਸਅਪੀਅਰੈਂਸਿਸ ਹੋ ਰਹੇ ਨੇ ਔਰ ਅਗਵਾ ਕੀਤੇ ਜਾਂਦੇ ਨੇ, ਲਾਵਾਰਿਸ ਕਹਿ ਕੇ ਜਿਹੜੇ ਸਾੜੇ ਜਾਂਦੇ ਨੇ, ਉਹਨਾਂ ਖੁਰਦ-ਬੁਰਦ ਕੀਤੀਆਂ ਜਾਂਦੀਆਂ ਨੇ ਜਿਹੜੀਆਂ ਲਾਸ਼ਾਂ, ਉਹਨਾਂ ਦਾ ਡਾਕੂਮੈਂਟੇਸ਼ਨ ਕਰਕੇ ਔਰ ਪੂਰੀ ਦੁਨੀਆ ਵਿੱਚ ਉਹਨਾਂ ਦੇ ਵਾਸਤੇ ਉਹ ਆਵਾਜ਼ ਬੁਲੰਦ ਕਰ ਰਹੇ ਨੇ। ਸੋ ਉਹਨਾਂ ਦੀ ਜਾਨ ਨੂੰ ਧਮਕੀਆਂ ਆਉਣ ਦੇ ਬਾਅਦ ਉਹ ਇੰਗਲੈਂਡ ਚਲੇ ਜਾਂਦੇ ਨੇ। ਸੋ ਅਸੀਂ ਤਾਂ ਤੋਂ ਵਾਕਿਫ ਹਾਂ ਉਹਨਾਂ ਦੇ ਕੰਮਾਂ ਦੇ ਬਾਰੇ। 1992 ਵਿੱਚ ਵਾਪਿਸ ਆ ਜਾਂਦੇ ਨੇ ਉਹ ਪੰਜਾਬ, ਕਿਉਂਕਿ ਉਹ ਦੇਖਦੇ ਨੇ ਕਿ ਇੱਥੇ ਜਿਹੜਾ ਤਸ਼ੱਦਦ ਹੈ ਉਹ ਰੁਕ ਨਹੀਂ ਰਿਹਾ ਔਰ ਉਹ ਜੋ ਇੰਟਰਨੈਸ਼ਨਲੀ ਆਵਾਜ਼ ਬੁਲੰਦ ਕਰ ਰਹੇ ਨੇ ਉਹਦੇ ਨਾਲ ਕੁਛ ਨਹੀਂ ਹੋ ਰਿਹਾ। ਸੋ ਉਹਨਾਂ ਦੇ ਅੰਦਰ ਆਪਣੀ ਕੌਮ ਔਰ ਆਪਣੇ ਦੇਸ਼ ਦੇ ਵਾਸਤੇ ਇੰਨੀ ਹਮਦਰਦੀ ਹੈ ਕਿ ਉਹ ਮਹਿਸੂਸ ਕਰਦੇ ਨੇ, ਇੱਕ ਗਲਾਨੀ ਮਹਿਸੂਸ ਕਰਦੇ ਨੇ ਦੂਰ ਰਹਿੰਦਿਆਂ, ਕਿ ਮੈਂ ਉਹਨਾਂ ਦੇ ਵਾਸਤੇ ਕੁਛ ਨਹੀਂ ਕਰ ਰਿਹਾ ਔਰ ਜਿਹੜੇ ਡਿਸਅਪੀਅਰੈਂਸਿਸ ਨੇ ਉਹ ਵੱਧਦੇ ਜਾ ਰਹੇ ਨੇ। ਸੋ ਵਾਪਸ ਆ ਕੇ ਪੰਜਾਬ ਵਿੱਚ ਔਰ ਉੱਥੇ ਸੁਪਰੀਮ ਕੋਰਟ ਤੱਕ ਆਵਾਜ਼ ਬੁਲੰਦ ਕਰਦੇ ਨੇ। ਸੋ ਐਨੀਵੇਜ਼ ਅਸੀਂ ਉਹਨਾਂ ਦੇ ਜੀਵਨ ਨੂੰ ਫੋਲੋ ਕਰ ਰਹੇ ਹਾਂ ਉਸ ਟਾਈਮ। ਸੋ ਉਹ 95 ਵਿੱਚ ਜਦ ਉਹਨਾਂ ਨੂੰ ਆਪੇ ਡਿਸਅਪੀਅਰ ਕਰ ਦਿੱਤਾ ਜਾਂਦਾ, ਸ਼ਹੀਦ ਕਰ ਦਿੱਤਾ ਜਾਂਦਾ, ਉਹ ਵੀ ਸਾਨੂੰ ਪਤਾ ਚੱਲ ਰਿਹਾ। ਸੋ ਸਾਂਝ ਇੰਨੀ ਕੁ ਪੁਰਾਣੀ ਹੈ। ਪਰ ਮੈਂ ਬਾਤਾਂ ਦੀਆਂ ਕਿਤਾਬਾਂ ਲਿਖਣੀਆਂ ਸ਼ੁਰੂ ਕੀਤੀਆਂ 10 ਕੁ ਸਾਲ ਪਹਿਲਾਂ, ਮੇਰੀ ਛੋਟੀ ਬੱਚੀ ਦੇ ਜਨਮ ਤੇ ਕਿਉਂਕਿ ਪੰਜਾਬੀ ਦੀ ਸੋਹਣੀਆਂ ਕਿਤਾਬਾਂ, ਬਾਇਲਿੰਗੁਅਲ ਕਿਤਾਬਾਂ ਡਾਇਸਪੋਰਾ ਵਿੱਚ, ਪੂਰੀ ਦੁਨੀਆ ਭਰ ਵਿੱਚ ਜਿਸ ਲੈਵਲ ਦੀ ਕਿਤਾਬਾਂ ਮੈਂ ਲਿਖਦੀ ਹਾਂ ਉਹ ਮਿਲਦੀਆਂ ਨਹੀਂ ਨੇ। ਸੋ ਪਰ ਪਿੱਛੇ ਦਿਮਾਗ ਵਿੱਚ, ਕਿਉਂਕਿ 84 ਮੈਂ ਵੀ ਹੰਡਾਇਆ ਹੋਇਆ, ਸੋ ਦਿਮਾਗ ਵਿੱਚ ਇਹ ਚੱਲ ਰਿਹਾ ਕਿ ਬੱਚਿਆਂ ਵਾਸਤੇ, ਹੁਣ ਬੱਚੇ ਵੱਡੇ ਹੋ ਰਹੇ ਨੇ ਸਾਡੇ, ਤੇ ਜਿਹੜੀ ਯਾਦਕੁਸ਼ੀ ਦੀ, ਤੁਸੀਂ ਯਾਦਕੁਸ਼ੀ ਵਰਡ ਸਮਝਦੇ ਹੋ, ਜਿਹਨੂੰ ਮੈਮੋਰੀ ਸਾਈਡ ਕਿਹਾ ਜਾਂਦਾ ਹੈ। ਇੱਕ ਤੇ ਜੈਨੋਸਾਈਡ ਹੈ, ਜਿਹੜਾ ਕਤਲੇਆਮ ਹੋਇਆ, ਕਤਲੇਗਾਰਤ ਹੋਈ ਸਿੱਖ ਕੌਮ ਦੀ।
ਤੇ ਦੂਜਾ ਹੈ ਜਿਹੜੀ ਯਾਦਕੁਸ਼ੀ, ਮਤਲਬ ਕਿ ਹੁਣ ਉਸ ਯਾਦ ਨੂੰ ਖਤਮ ਕੀਤਾ ਜਾ ਰਿਹਾ। ਸੋ ਉਹਦਾ ਇੱਕ ਪ੍ਰਮਾਣ ਸਾਹਮਣੇ ਆਉਂਦਾ ਹੈ ਜਦ ਬੀਬੀ ਪਰਮਜੀਤ ਕੌਰ ਖਾਲੜਾ ਲੋਕ ਸਭਾ ਦੇ ਇਲੈਕਸ਼ਨਸ ਵਿੱਚ ਖੜੇ ਹੁੰਦੇ ਆ ਖਡੂਰ ਸਾਹਿਬ ਦੀ ਕੌਂਸਟੀਟਿਊਂਸੀ ਵੱਲੋਂ। ਤੇ ਇੱਥੇ ਸਾਡੇ ਕਾਫੀ ਜਾਣਨ ਵਾਲੇ ਉਹਨਾਂ ਦੀ ਕੈਂਪੇਨਿੰਗ ਕਰ ਰਹੇ ਨੇ, ਕਾਲਸ ਕਰਕੇ ਲੋਕਾਂ ਨੂੰ ਕਹਿ ਰਹੇ ਕਿ ਤੁਸੀਂ ਉਹਨਾਂ ਦੇ ਵਾਸਤੇ ਵੋਟ ਪਾਓ, ਤੇ ਲੋਕੀ ਕਹਿੰਦੇ ਨੇ ਕੌਣ ਨੇ ਹੈ। ਸੋ ਸਾਨੂੰ ਧੱਕਾ ਲੱਗਦਾ ਹੈ ਕਿ ਸਾਡੇ ਵਾਸਤੇ ਇੱਕ ਬਹੁਤ ਵੱਡੇ ਆਦਰਸ਼ ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਸਾਡੀ ਕੌਮ ਵਿੱਚ ਨੇ, ਜੋ ਨੈਸ਼ਨਲ ਲੈਵਲ ਤੱਕ ਆਵਾਜ਼ ਚੁੱਕ ਕੇ ਲੈ ਕੇ ਗਏ ਪੰਜਾਬ ਵਿੱਚ ਕੀ ਹੋ ਰਿਹਾ, ਮਨੁੱਖੀ ਹੱਕਾਂ ਦਾ ਘਾਣ ਹੋ ਰਿਹਾ, ਉਸ ਦੀ ਆਵਾਜ਼। ਔਰ ਇੰਨੇ ਤਰਤੀਬ ਦੇ ਨਾਲ ਸਾਰਾ ਕੁਝ ਉਹਨਾਂ ਨੇ, ਇੰਨੀ ਜਾਣਕਾਰੀ ਦੇ ਨਾਲ, ਇੰਨੀ ਜਵਾਬਦੇਹੀ ਦੇ ਨਾਲ ਸਾਰੇ ਦਸਤਾਵੇਜ਼ ਉਹਨਾਂ ਨੇ ਨਸ਼ਰ ਕੀਤੇ ਦੁਨੀਆ ਵਿੱਚ, ਔਰ ਉਹਨਾਂ ਨੂੰ ਜਾਣਨ ਵਾਲੇ ਪੰਜਾਬ ਵਿੱਚ, ਉਹਨਾਂ ਦੇ ਪਿੰਡ ਵਿੱਚ ਵੀ ਨਹੀਂ ਜਾਣਦੇ ਲੋਕੀ ਅੱਜ। ਸੋ ਉਹ ਇਹ ਸਾਰੀਆਂ ਗੱਲਾਂ ਹਲੂਣਾ ਦਿੰਦੀਆਂ ਤੁਹਾਨੂੰ। ਤੇ ਦੂਜੀ ਗੱਲ ਹੈ ਕਿ ਬੱਚੇ ਵੱਡੇ ਹੋ ਰਹੇ ਆ, ਉਹਨਾਂ ਨੂੰ 84 ਦੇ ਬਾਰੇ ਕੋਈ ਅੱਜ ਤੱਕ ਇਸ ਤਰ੍ਹਾਂ ਦੀ ਕਿਤਾਬ ਨਹੀਂ ਆਈ ਜੋ ਸਚਿੱਤਰ ਹੋਵੇ, ਜਿਹਨੂੰ ਦੇਖ ਕੇ ਬੱਚਿਆਂ ਨੂੰ ਇੱਕ ਕਹਾਣੀ ਦੇ ਰੂਪ ਵਿੱਚ 84 ਦਾ ਪੂਰਾ ਵਾਕਿਆ ਦੱਸਿਆ ਹੋਏ। ਸੋ ਆਹ ਸਾਰੀਆਂ ਚੀਜ਼ਾਂ ਮੇਰੇ ਜ਼ਿਹਨ ਵਿੱਚ ਚੱਲ ਰਹੀਆਂ ਨੇ ਕਿ ਅੱਜ ਤੱਕ ਕਿਸੇ ਨੇ ਲਿਖਿਆ ਕਿਉਂ ਨਹੀਂ ਇਹਦਾ। ਸੋ ਇਹ ਸਾਰੀਆਂ ਚੀਜ਼ਾਂ ਇਕੱਠੀਆਂ ਹੁੰਦੀਆਂ ਨੇ ਤੇ ਫਿਰ ਮੈਨੂੰ ਲੱਗਦਾ ਕਿ ਨਹੀਂ। ਫਿਰ ਮੈਂ ਹੋਰ ਰਿਸਰਚ ਕਰਦੀ ਹਾਂ ਉਹਨਾਂ ਦੇ ਬਾਰੇ, ਤੇ ਪਤਾ ਲੱਗਦਾ ਹੈ ਕਿ ਉਹਨਾਂ ਨੇ ਬਹੁਤ ਕੁਝ ਦੇਖਿਆ। ਸੋ ਉਹਨਾਂ ਦੇ ਪੁਰਖਿਆਂ ਨੇ ਕਾਮਾਗਾਟਾ ਮਾਰੂ ਵਿੱਚ ਉਹਨਾਂ ਦੇ ਦਾਦਾ ਜੀ ਸੀਗੇ, ਉਹ ਗਦਰੀ ਬਾਬੇ ਸੀਗੇ ਉਹਨਾਂ ਦੇ ਦਾਦਾ ਜੀ ਤੇ ਨਾਨਾ ਜੀ। ਤੇ ਉਹਨਾਂ ਦੀ ਅੱਖਾਂ ਰਾਹੀਂ, ਉਹਨਾਂ ਦੇ ਪਰਿਵਾਰ ਦੇ ਅੱਖਾਂ ਰਾਹੀਂ ਮੈਂ ਪੰਜਾਬ ਦੀ 20ਵੀਂ ਸਦੀ ਦੀ ਗਾਥਾ ਪੂਰੀ ਦੱਸ ਸਕਦੀ ਹਾਂ ਬੱਚਿਆਂ ਨੂੰ, ਜੋ ਲਾਜ਼ਮੀ ਇਤਿਹਾਸ ਪਤਾ ਹੋਣਾ ਚਾਹੀਦਾ। ਸੋ ਇਸ ਕਰਕੇ ਮੈਂ ਉਹਨਾਂ ਦੇ ਉੱਤੇ ਇਹ ਕਿਤਾਬ ਲਿਖੀ, ਜੋ ਇੱਕ ਸਚਿੱਤਰ ਤਰੀਕੇ ਦੇ ਨਾਲ ਜੋ ਬੱਚਿਆਂ ਨੂੰ ਸਮਝ ਆ ਸਕੇ, ਤੇ ਨਾਲ ਹੀ ਉਹ ਜਿਹੜੇ ਉਸ ਵੇਲੇ ਦੇ ਤੱਥ ਸੀਗੇ ਅਖਬਾਰਾਂ ਦੀਆਂ ਕਤਰਨਾਂ ਤੇ ਜੀ ਜਿਹੜੇ ਪਰਿਵਾਰਿਕ ਸੰਗ੍ਰਹਿ ਵਿੱਚੋਂ ਤਸਵੀਰਾਂ ਲਿੱਤੀਆਂ ਗਈਆਂ, ਤੇ ਦੁਨੀਆ ਭਰ ਦੇ ਅਖਬਾਰਾਂ ਵਿੱਚ ਜੋ ਖਬਰਾਂ ਛਪੀਆਂ ਸੀਗੀਆਂ, ਉਹਨਾਂ ਨੂੰ ਐਜ਼ ਅ ਫੈਕਟ ਉੱਥੇ ਸਾਰਾ ਕੁਝ ਨੱਥੀ ਕਰਕੇ ਮੈਂ ਕਿਤਾਬ ਨੂੰ ਇੱਕ ਆਰਟੀਫੈਕਟ ਵਾਂਗੂ ਪੇਸ਼ ਕੀਤਾ ਹੈ। ਜੀ, ਮੈਂ ਉਹੀ ਕਿਤਾਬ ਦੇਖ ਰਹੀ ਸੀ ਕਿਉਂਕਿ ਮੈਂ ਇਹ ਕਿਤਾਬ ਜਿੰਨੀ ਵਾਰ ਵੀ ਪੜ੍ਹੀ ਹੈ ਤੇ ਹਰ ਵਾਰ ਕਿਤਾਬ ਦੇ ਵਿੱਚੋਂ ਕੁਝ ਨਵਾਂ ਮਿਲਦਾ ਹੈ, ਤੁਹਾਨੂੰ ਦੇਖਣ ਨੂੰ ਵੀ, ਸਮਝਣ ਨੂੰ ਵੀ। ਤੇ ਤੁਸੀਂ ਬੜੀ ਬਖੂਬੀ ਦੇ ਨਾਲ ਉਹ ਹਰ ਇੱਕ ਚੀਜ਼ ਜਿਹੜੀ ਹੈ ਉਹ ਕਿਤਾਬ ਦੇ ਵਿੱਚ ਪਾਈ ਹੈ। ਕਿੰਨੀ ਮਿਹਨਤ ਤੁਹਾਡੀ ਲੱਗੀ, ਕਿੰਨੀ ਕੌਣ ਇਸ ਦੇ ਨਾਲ ਤੁਹਾਡੀ ਮਦਦ ਕਰ ਰਿਹਾ ਸੀ, ਤੇ ਕਿੰਨੇ ਸਮੇਂ ਦੇ ਵਿੱਚ ਇਹ ਪੂਰੀ ਕਿਤਾਬ ਜਿਹੜੀ ਹੈ ਮਰਜੀਵੜਾ ਉਹ ਬਣ ਕੇ ਤਿਆਰ ਹੋ ਗਈ ਸੀ? ਇਹਨੂੰ ਲਗਭਗ 2 ਸਾਲ ਦਾ ਸਮਾਂ ਲੱਗਿਆ, ਤੇ ਮੈਂ ਤੇ ਆਪਣਾ ਸਾਰਾ ਕੁਝ ਕੰਮ ਛੱਡ ਕੇ ਪੂਰੇ ਘੰਟੇ ਰੋਜ਼ ਕੰਮ ਕਰ ਹੀ ਰਹੀ ਸੀ, ਤੇ ਨਾਲ ਸਾਡੀ ਟੀਮ ਵਿੱਚ ਕਰੀਬ 10 ਕੁ ਮੈਂਬਰ ਸੀਗੇ। ਕਿਉਂਕਿ ਇਹ ਦੋਵੇਂ ਲੈਂਗੁਏਜਸ ਵਿੱਚ ਆ, ਅੰਗਰੇਜ਼ੀ ਵਿੱਚ ਵੀ ਹੈ ਤੇ ਪੰਜਾਬੀ ਵਿੱਚ ਵੀ ਹੈ। ਸੋ ਤੁਸੀਂ ਸੋਚ ਸਕਦੇ ਹੋ ਕਿ ਉਹਦੇ ਵਿੱਚ ਮਿਹਨਤ ਕਾਫੀ ਗਈ ਹੋਗੀ। ਸੋ ਹਰ ਦੋਵੇਂ ਬੋਲੀਆਂ ਦੇ ਐਡੀਟਰਸ, ਪ੍ਰੂਫਰਸ, ਤੇ ਉਹਦੇ ਬਾਅਦ ਅਸੀਂ ਇਲਸਟ੍ਰੇਸ਼ਨਸ ਇਹਦੇ ਵਿੱਚ 45 ਦੇ ਕਰੀਬ ਕਮਿਸ਼ਨਡ ਇਲਸਟ੍ਰੇਸ਼ਨਸ ਕਰਵਾਏ ਨੇ, ਜਿਹੜੇ ਕਿ ਇੱਕ ਬਹੁਤ ਵੱਡਾ ਆਰਟਿਸਟ ਹੈ ਪੰਜਾਬੀ ਡਾਇਸਪੋਰਾ ਵਿੱਚ, ਅਮਨਦੀਪ ਸਿੰਘ ਇਨਕੁਇਜ਼ਿਟਿਵ ਦੇ ਨਾਂ ਤੋਂ, ਜਿਹਨੂੰ ਯੂਥ ਬਹੁਤ ਫੋਲੋ ਕਰਦੀ ਹੈ। ਤੇ ਮੇਰੇ ਜ਼ਿਹਨ ਵਿੱਚ ਜਦ ਇਹ ਕਿਤਾਬ ਆਈ ਸੀ ਤੇ ਮੈਂ ਉਹਦੇ ਇਲਸਟ੍ਰੇਸ਼ਨਸ ਇਮੇਜਿਨ ਕਰਦੀ ਸੀ ਇਸ ਕਿਤਾਬ ਵਿੱਚ। ਸੋ ਉਹਨਾਂ ਦੇ ਨਾਲ 6 ਮਹੀਨੇ ਤੇ ਅਸੀਂ ਸਿਰਫ ਇਲਸਟ੍ਰੇਸ਼ਨਸ ਵਿੱਚ ਲਗਾਏ। ਨਵਕਿਰਨ ਕੌਰ, ਤੁਸੀਂ ਪੁੱਛਿਆ ਕਿ ਕਿਹਨਾਂ ਦੀ ਮਦਦ ਮਿਲੀ ਹੈ। ਸੋ ਸਭ ਤੋਂ ਪਹਿਲਾਂ ਤੇ ਉਹਨਾਂ ਦੇ ਪਰਿਵਾਰ, ਬੀਬੀ ਪਰਮਜੀਤ ਕੌਰ ਖਾਲੜਾ ਨੂੰ ਮੈਂ ਇੰਟਰਵਿਊ ਕੀਤਾ ਸੀ 2019 ਵਿੱਚ ਜਦ ਮੈਂ ਪੰਜਾਬ ਆਈ ਸਾਂ। ਫਿਰ ਮੈਂ ਬੀਬੀ ਨਵਕਿਰਨ ਕੌਰ ਖਾਲੜਾ ਦੇ ਨਾਲ ਪੂਰੇ ਟਾਈਮ ਮਤਲਬ ਕੰਮ ਕਰਦੀ ਰਹੀ, ਮਤਲਬ ਰੋਜ਼ ਦੇ ਬੇਸਿਸ ਤੇ ਸਾਡੀਆਂ ਗੱਲਾਂ ਹੁੰਦੀਆਂ, ਉਹਨਾਂ ਨੂੰ ਇੰਟਰਵਿਊ ਕਰਕੇ ਉਹਨਾਂ ਨੂੰ ਕਿਹਾ ਕਿ ਤੁਸੀਂ ਉਹਨਾਂ ਦੇ ਬਚਪਨ ਦੀਆਂ ਕਹਾਣੀਆਂ ਇਕੱਠੀਆਂ ਕਰੋ। ਫਿਰ ਉਹਨਾਂ ਨੇ ਅੱਗੇ ਜਾ ਕੇ ਉਹਨਾਂ ਦੇ ਭੂਆ ਜੀ ਕੋਲੋਂ, ਚਾਚਾ ਜੀ ਕੋਲੋਂ ਸਾਰੇ ਮਤਲਬ ਇੰਟਰਵਿਊ ਕਰ ਕਰਕੇ, ਉਹਨਾਂ ਦੇ ਜਿਹੜੇ ਨਾਲ ਕੰਮ ਕਰਦੇ ਸੀਗੇ, ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਜਥੇਬੰਦੀ ਦੇ ਨਾਲ ਜਿਹੜੇ ਸੀਗੇ, ਉਹਨਾਂ ਦੇ ਨਾਲ ਕੰਮ ਕਰਕੇ ਕਿ ਤੁਹਾਨੂੰ ਕੀ ਯਾਦ ਹੈ ਪਾਪਾ ਦੇ ਬਾਰੇ। ਕੁਛ ਇਸ ਤਰ੍ਹਾਂ ਦੀਆਂ ਕਹਾਣੀਆਂ ਜੋ ਇੰਟਰਸਟਿੰਗ ਆ, ਕਿਉਂਕਿ ਉਹ ਲਾਵਾਰਸ ਲਾਸ਼ਾਂ ਦੇ ਵਾਰਸ ਸੀ, ਉਹ ਤੇ ਸਾਰੇ ਅਸੀਂ ਜਾਣਦੇ ਆ। ਅਸੀਂ ਕੀ ਉਹਨਾਂ ਨੇ ਡਿਸਅਪੀਅਰੈਂਸਸ ਨੂੰ ਡਾਕੂਮੈਂਟ ਕੀਤਾ ਤੇ ਦੁਨੀਆ ਭਰ ਵਿੱਚ ਨਸ਼ਰ ਕੀਤਾ, ਔਰ ਫਿਰ ਉਹ ਨਿਰਭਉਤਾ ਦੇ ਨਾਲ ਇਹ ਸਾਰਾ ਕੁਝ ਕੰਮ ਕੀਤਾ ਤੇ ਆਪਣੀ ਜਾਨ ਵੀ ਵਾਰ ਦਿੱਤੀ। ਉਹ ਅਸੀਂ ਜਾਣਦੇ ਆ, ਪਰ ਇਹ ਨਹੀਂ ਜਾਣਦੇ ਕਿ ਉਹਨਾਂ ਦੀ ਸ਼ਖਸੀਅਤ ਕਿਵੇਂ ਘੜੀ ਗਈ ਬਚਪਨ ਤੋਂ ਲੈ ਜੀ ਕੇ ਮਰਜੀਵੜੇ ਤੱਕ ਦਾ। ਮਰਜੀਵੜਾ ਮੈਂ ਕਿਤਾਬ ਦਾ ਨਾਂ ਰੱਖਿਆ। ਉਸ ਬਚਪਨ ਤੋਂ ਲੈ ਕੇ ਸ਼ਹਾਦਤ ਤੱਕ ਦਾ ਸਫ਼ਰ ਜਿਹੜਾ ਹੁੰਦਾ ਹੈ, ਉਹਦੀ ਪਿੱਠ ਭੂਮੀ ਵਿੱਚ ਪੰਜਾਬ ਵਿੱਚ ਕੀ ਵਾਪਰ ਰਿਹਾ ਹੈ, ਤੇ ਉਹਨਾਂ ਦੇ ਪਰਿਵਾਰ ਵਿੱਚ ਕੀ ਵਾਪਰ ਰਿਹਾ ਹੈ, ਤੇ ਉਹਨਾਂ ਦੇ ਉਹ ਕੀ ਦੇਖਦੇ ਨੇ, ਉਹ ਕੀ ਸੁਣਦੇ ਨੇ, ਉਹ ਕੀ ਪੜ੍ਹਦੇ ਨੇ, ਉੱਥੇ ਤੱਕ ਦੀ ਸਾਡੀ ਰਿਸਰਚ ਗਈ ਹੈ ਉਹਨਾਂ ਦੀ। ਔਰ ਉਹ ਸਾਰਾ
ਇੱਥੇ ਇਲਸਟ੍ਰੇਸ਼ਨਸ ਦੇ ਰੂਪ ਵਿੱਚ ਅਸੀਂ ਸਾਰਾ ਕੁਝ ਸੰਭਾਲ ਦਿੱਤਾ ਹੈ। ਸੋ ਜੀ ਇਲਸਟ੍ਰੇਸ਼ਨਸ ਦੀ ਉਹਦੇ ਵਿੱਚ ਡੂੰਘਾਈ ਤੁਸੀਂ ਕਿਹਾ ਕਿ ਤੁਸੀਂ ਹਰ ਵਾਰੀ ਕੁਝ ਨਵੀਂ ਚੀਜ਼ ਲੱਭਦੇ ਹੋ। ਜਿੱਦਾਂ ਉਹਨਾਂ ਦੇ ਬਚਪਨ ਦਾ ਤੁਸੀਂ ਦੇਖਦੇ ਹੋ ਚਿੱਤਰ ਜਿਹੜਾ ਬਣਾਇਆ, ਉਹਦੇ ਵਿੱਚ ਜਿਹੜਾ ਇੱਕ ਰੁੱਖ ਆ, ਕਦਮ ਦਾ ਰੁੱਖ ਆ, ਉਹ ਐਕਚੁਅਲੀ ਉਹ ਰੁੱਖ ਉਹਨਾਂ ਦੇ ਘਰ ਦੇ ਅੱਗੇ ਲੱਗਿਆ ਹੋਇਆ। ਘਰ ਦੀ ਸ਼ੇਪ ਵੀ ਉਹੀ ਹੈ ਜੇ ਉਹ ਪਿੰਡ ਦਾ ਘਰ ਹੈ। ਅੰਦਰ ਜਿਹੜਾ ਸੰਦੂਕ ਪਿਆ, ਉਹ ਐਕਚੁਅਲੀ ਉਹਨਾਂ ਦੇ ਘਰ ਦੇ ਸੰਦੂਕ ਦੀ ਤਸਵੀਰ ਤੋਂ ਲੈ ਕੇ ਬਣਾਇਆ ਗਿਆ। ਜਿਹੜੇ ਬਾਪੂ ਕਰਤਾਰ ਸਿੰਘ ਚਿੱਠੀ ਦਿਖਾ ਰਹੇ ਨੇ, ਉਹ ਐਕਚੁਅਲੀ ਉਹਨਾਂ ਦੇ ਦਾਦਾ ਜੀ ਦੀ ਸ਼ੰਘਾਈ ਤੋਂ ਜਿਹੜੀ ਅਖੀਰਲੀ ਚਿੱਠੀ ਆਉਂਦੀ ਹੈ, ਜਿਹੜੇ ਕਿ ਗਦਰੀ ਬਾਬੇ ਸੀਗੀ, ਉਹ ਐਕਚੁਅਲ ਚਿੱਠੀ ਦਾ ਰੈਪਲੀਕਾ। ਸੋ ਇਹ ਸਾਰੀਆਂ ਚੀਜ਼ਾਂ ਦਾ ਬਹੁਤ ਧਿਆਨ ਰੱਖਿਆ ਹੋਇਆ ਸੀ ਔਰ ਇਹ ਸਾਰੀ ਚੀਜ਼ਾਂ ਕਿਉਂਕਿ ਮੈਂ ਨਵਕਿਰਨ ਹੋਰਾਂ ਨੂੰ ਪੁੱਛਿਆ ਸੀਗਾ ਕਿ ਸ਼੍ਰੀ ਜਸਵੰਤ ਸਿੰਘ ਖਾਲੜਾ ਤੁਹਾਡਾ ਘਰ ਜਿਹੜਾ ਹੈ, ਜੱਦੀ ਘਰ ਹੈ, ਉਹ ਤੁਸੀਂ ਮਿਊਜ਼ੀਅਮ ਹੈ ਉਹਨਾਂ ਦੇ, ਤੁਸੀਂ ਮਿਊਜ਼ੀਅਮ ਬਣਾਇਆ ਉਹਨਾਂ ਦੇ ਅਜਾਇਬ ਘਰ, ਉਹਨਾਂ ਦੀ ਸਾਰੀਆਂ ਚੀਜ਼ਾਂ ਸੰਭਾਲ ਕੇ? ਤੇ ਉਹਨਾਂ ਨੇ ਕਿਹਾ ਨਹੀਂ। ਮੈਨੂੰ ਬਹੁਤ ਦੁੱਖ ਹੋਇਆ ਤੇ ਉਹਨਾਂ ਨੇ ਕਿਹਾ ਕੁਝ ਪਰਿਵਾਰਕ ਕਾਰਨ ਨੇ। ਸੋ ਮੈਂ ਸਮਝ ਗਈ ਕਿ ਹੋ ਸਕਦਾ ਕਿ ਉਹ 9 ਭੈਣ-ਭਰਾ ਸੀਗੇ ਤੇ ਉਹਨਾਂ ਦਾ ਕੁਝ ਹੋਊਗਾ ਹਨਾ ਮਸਲਾ। ਤੇ ਮੈਨੂੰ ਉਸ ਗੱਲ ਦਾ ਬਹੁਤ ਕਿ ਇਹ ਸਾਡੇ ਕੌਮ ਦੇ ਇੰਨੇ ਵੱਡੇ ਸ਼ਹੀਦ ਹੈ। ਕੌਮ ਵਿੱਚ ਸ਼ਹੀਦ ਤੇ ਬਹੁਤ ਹੋਏ ਨੇ ਨਵਜੋਤ, ਪਰ ਜੀ ਜੀ ਇਹ ਮੈਨੂੰ ਲੱਗਦਾ ਕਿ ਇਹ ਉਸ ਐਰਾ ਨੂੰ ਰਿਪਰੈਜ਼ੈਂਟ ਕਰਦੇ ਨੇ, ਉਹ ਸਾਰੇ ਸ਼ਹੀਦਾਂ ਨੂੰ ਰਿਪਰੈਜ਼ੈਂਟ ਕਰਦੇ ਨੇ। ਸੋ ਜਦ ਜੀ ਆਪਾਂ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਗੱਲ ਕਰਦੇ ਹਾਂ, ਆਪਾਂ ਸਿਰਫ ਉਹਨਾਂ ਦੀ ਗੱਲ ਨਹੀਂ ਕਰਦੇ ਹਾਂ, ਆਪਾਂ ਹਰ ਇੱਕ ਉਹ 25,000 ਲਾਵਾਰਸ, ਲਾਪਤਾ ਕੀਤੇ ਗਏ, ਜਿਨ੍ਹਾਂ ਦੀ ਲਾਸ਼ ਉਹਨਾਂ ਦੇ ਪਰਿਵਾਰ ਤੱਕ ਨਹੀਂ ਦਿੱਤੀ ਗਈ, ਉਹਨਾਂ ਨੂੰ ਰਿਪਰੈਜ਼ੈਂਟ ਕਰ, ਉਹਨਾਂ ਦੀ ਤਰਜਮਾਨੀ ਕਰਦੇ ਨੇ। ਸੋ ਇਸ ਮੈਂ ਕਰਕੇ ਇਸ ਕਿਤਾਬ ਵਿੱਚ ਇਹ ਡਿਟੇਲਸ ਅਸੀਂ ਕਰਕੇ ਇਕੱਠੇ ਕੀਤੇ। ਜੀ ਤੁਸੀਂ ਇੱਕ ਮਾਂ ਹੋ, ਲਿਵ ਕੌਰ ਤੁਹਾਡੇ ਨਾਲ ਹਰ ਸਮੇਂ ਰਹਿੰਦੇ ਨੇ, ਮੈਂ ਇੱਕ ਧੀ ਹਾਂ ਤੇ ਨਵਕਿਰਨ ਇੱਕ ਧੀ ਜਿਨ੍ਹਾਂ ਨੇ ਪਿਓ ਨੂੰ ਖੋ ਲਿਆ ਸੀ ਤਕਰੀਬਨ 10 ਸਾਲ ਦੀ ਉਮਰ ਦੇ ਵਿੱਚ। ਤੁਸੀਂ ਨਵਕਿਰਨ ਹੋਰਾਂ ਦੇ ਨਾਲ ਗੱਲਬਾਤ ਕੀਤੀ ਹੈ, ਉਸ ਦਰਦ ਨੂੰ ਕਿਵੇਂ ਮਹਿਸੂਸ ਕੀਤਾ ਜਾ ਸਕਦਾ ਹੈ? ਸਿਰਫ ਜਸਵੰਤ ਸਿੰਘ ਖਾਲੜਾ ਹੀ ਨਹੀਂ, ਕਿਉਂਕਿ ਉਹਨਾਂ ਕੋਲ ਵੀ ਇੱਕ ਦਰਦ ਸੀਗਾ। ਉਹਨਾਂ ਨੂੰ ਪਤਾ ਸੀ ਕਿ 25,000 ਦੇ ਕਰੀਬ ਧੀਆਂ ਪੁੱਤ ਜਿਹੜੇ ਨੇ ਉਹ ਅਚਾਨਕ ਲਾਪਤਾ ਹੋਏ ਨੇ। ਉਹ ਇੰਨਾ ਸਾਰਾ ਦਰਦ ਲੈ ਕੇ ਆਪਣੇ ਅੰਦਰ ਘੁੰਮ ਰਹੇ ਸੀ। ਉਸ ਤੋਂ ਬਾਅਦ ਫਿਰ ਉਹੀ ਦਰਦ ਨਵਕਿਰਨ, ਉਹਨਾਂ ਦੇ ਬੇਟੇ ਨੇ ਤੇ ਪਰਮਜੀਤ ਕੌਰ, ਬੀਬੀ ਪਰਮਜੀਤ ਕੌਰ ਖਾਲੜਾ, ਉਹਨਾਂ ਨੇ ਮਹਿਸੂਸ ਕੀਤਾ। ਅਸੀਂ ਜੇਕਰ ਮਹਿਸੂਸ ਕਰਨਾ ਹੋਵੇ ਤਾਂ ਕਿੰਝ ਕੀਤਾ ਜਾ ਸਕਦਾ ਹੈ? ਦਰਦ ਦੀ ਇੱਕ ਦੋ ਗੱਲਾਂ ਨੇ। ਇੱਕ ਪਹਿਲੀ ਦਰਦ ਦੀ ਗੱਲ ਕਰਦੇ ਹਾਂ। ਦਰਦ ਦੀ ਗੱਲ ਹੈ ਤੇ ਮੈਂ ਇਹ ਕਿਤਾਬ ਲਿਖਦਿਆਂ 2 ਸਾਲ ਵਿੱਚ ਰੋਜ਼ ਰੋਈ ਹਾਂ, ਕਿਉਂਕਿ 84 ਔਰ ਉਹ ਵੇਲਾ ਅਸੀਂ ਹੰਢਾਇਆ ਆਪਣੇ ਪਿੰਡੇ ਤੇ ਹਨਾ। ਸੋ ਜਦ ਮੈਂ ਉਹਨਾਂ ਦੇ ਨਾਲ ਗੱਲ ਕਰਦੀ ਸੀ ਤੇ ਏਦਾਂ ਲੱਗਦਾ ਸੀ ਕਿ ਮੈਂ ਵੀ ਉੱਥੇ ਹੀ ਸੀ। ਸੋ ਏਦਾਂ ਲੱਗਦਾ ਸੀਗਾ ਕਿ ਮੈਂ ਵੀ ਉਹਨਾਂ ਦੇ ਪਰਿਵਾਰ ਦਾ ਇੱਕ ਮੈਂਬਰ ਹਾਂ। ਕੋਈ ਆਥਰ ਜਿਹੜਾ ਹੁੰਦਾ ਹੈ ਉਹ ਪਰਿਵਾਰ ਦੇ ਮਸਲਨ ਨਾ ਪਿਛਲੇ ਸਾਲ ਨਵੰਬਰ 2 ਨਵੰਬਰ ਨੂੰ ਮੈਂ ਨਵਕਿਰਨ ਹੋਰਾਂ ਨੂੰ ਮੈਸੇਜ ਕੀਤਾ। ਮੈਂ ਕਿਹਾ 70ਵੇਂ ਸਾਲਗਿਰਾ ਦੀ ਵਧਾਈਆਂ ਹੋਣ। ਤੇ ਉਹ ਕਹਿੰਦੀ ਹੈ ਭੈਣ ਜੀ ਮੈਂ ਸੋਚਿਆ ਹੀ ਨਹੀਂ ਕਿ 70 ਹੋ ਗਏ ਉਹਨਾਂ ਦਾ। ਤੇ ਮੈਂ ਕਿਹਾ ਕਿ ਉਹ ਆਥਰ ਜਿਹੜਾ ਹੁੰਦਾ ਨਾ, ਉਹ ਪਰਿਵਾਰ ਦਾ ਮੈਂਬਰ ਹੀ ਹੋ ਜਾਂਦਾ। ਤੇ ਇਸ ਤਰ੍ਹਾਂ ਦਰਦ ਅਸੀਂ ਇਕੱਠੇ ਹੰਢਾਇਆ। ਪਰ ਮੈਂ ਦਰਦ ਤੋਂ ਵੱਧ ਮੈਂ ਤੁਹਾਨੂੰ ਦੱਸਾਂਗੀ ਕਿ ਉਸ ਪਰਿਵਾਰ ਦੀ ਜਿਹੜੀ ਸਟਰੈਂਥ ਹੈ, ਜੋ ਉਹਨਾਂ ਦੀ ਤਾਕਤ ਹੈ, ਉਹਦੀ ਗੱਲ ਕਰਦੀ ਹਾਂ। ਮੈਂ ਜਦ ਵੀ ਬੀਬੀ ਪਰਮਜੀਤ ਖਾਲੜਾ ਦੇ ਨਾਲ ਗੱਲ ਕੀਤੀ ਆ, ਉਹਨਾਂ ਨੂੰ ਮਿਲੀ ਆ, ਉਹਨਾਂ ਦੇ ਅੰਦਰ ਜਿਹੜੀ ਸ਼ਕਤੀ ਹੈ, ਉਹ ਮੈਨੂੰ ਪ੍ਰੇਰਦੀ ਹੈ। ਨਵਕਿਰਨ ਦੇ ਹੋਰਾਂ ਦੇ ਅੰਦਰ ਜਿਹੜੀ ਸ਼ਕਤੀ ਹੈ, ਜਿਹੜੇ ਪੰਥ ਦਾ ਦਰਦ ਉਹ ਕੈਰੀ ਕਰਦੇ ਨੇ ਆਪਣੇ ਪਾਪਾ ਤੋਂ ਔਰ ਅੱਗੇ ਲੈ ਕੇ ਜਾਂਦੇ ਨੇ, ਉਹਨੇ ਮੈਨੂੰ ਜ਼ਿਆਦਾ ਪ੍ਰੇਰਿਆ, ਮਤਲਬ ਦਰਦ ਤੋਂ ਜ਼ਿਆਦਾ, ਕਿਉਂਕਿ ਉਹ ਇੰਨੇ ਮਤਲਬ ਇੰਗਲਿਸ਼ ਵਿੱਚ ਮੈਂ ਕਹੂੰਗੀ ਕਿ ਥੀਸ ਆਰ ਸਚ ਸਟਰੋਂਗ ਵੂਮਨ, ਦੇ ਇਨਸਪਾਇਰ ਅਸ। ਉਹ ਜੀ ਇੰਨੀਆਂ ਤਾਕਤਵਰ ਬੀਬੀਆਂ ਨੇ। ਔਰ ਇਸ ਹਮ, ਕਿਤਾਬ ਵਿੱਚ ਤੁਸੀਂ ਦੇਖੋਗੇ ਤੇ ਜਦ ਅਸੀਂ ਆਪਣੀ ਸੰਘਰਸ਼ ਦੀ ਗੱਲ ਕਰਦੇ ਹਾਂ, ਕੌਮ ਦੀ ਗੱਲ ਕਰਦੇ ਹਾਂ, ਤੇ ਅਸੀਂ ਬੜੇ ਮਰਦ ਪ੍ਰਧਾਨ ਸਮਾਜ ਆ ਸਾਡਾ ਹਨਾ। ਅਸੀਂ ਹਮ, ਬੀਬੀਆਂ ਨੂੰ ਦਰਦ ਦੇ ਨਾਂ ਤੇ ਹੌਪਰੇ ਕਰ ਦਿੰਦੇ। ਹਮ, ਮਾਵਾਂ ਨੇ ਹਨਾ ਜਿਹੜਾ ਦਰਦ ਹੰਢਾਇਆ ਉਹਦੀ ਗੱਲ ਜ਼ਰੂਰ ਕਰਦੇ ਆ, ਪਰ ਮਾਵਾਂ ਨੇ ਜਿਹੜੀ ਤਾਕਤ ਦੇ ਨਾਲ, ਜਿਹੜੀ ਸ਼ਿੱਦਤ ਦੇ ਨਾਲ, ਜਿਹੜੀ ਸ਼ਰਧਾ ਦੇ ਨਾਲ, ਸਿਦਕ ਦੇ ਨਾਲ ਕੌਮ ਨੂੰ ਅੱਗੇ ਤੋਰਿਆ ਔਰ ਉਹ ਸ਼ਹੀਦ ਪੈਦਾ ਕੀਤੇ, ਉਹ ਸ਼ਹੀਦਾਂ ਦੀਆਂ ਘਰਵਾਲੀਆਂ ਬਣੀਆਂ, ਉਹ ਸ਼ਹੀਦਾਂ ਦੀਆਂ ਧੀਆਂ ਬਣੀਆਂ, ਉਹਨੂੰ ਆਪਾਂ ਹੌਪਰੇ ਕਰ ਦਿੰਦੇ ਹਾਂ। ਸੋ ਇਸ ਕਿਤਾਬ ਵਿੱਚ ਹਮ, ਮੈਂ ਉਹ ਜਿਹੜਾ ਐਸਪੈਕਟ ਹੈ, ਇੱਕ ਚੈਪਟਰ ਪੂਰਾ ਇੱਕ ਬੀਬੀ ਖਾਲੜਾ ਦੇ ਉੱਪਰ ਡੈਡੀਕੇਟਡ ਹੈ।
ਉਹਨਾਂ ਨੂੰ ਮਸ਼ਾਲਚੀ ਕਰਕੇ ਮੈਂ ਨਾਂ ਦਿੱਤਾ ਹੈ, ਉਹਨਾਂ ਦੇ ਹੱਥ ਵਿੱਚ ਮਸ਼ਾਲ ਦਿਖਾਈ ਹੈ ਕਿ ਉਹ ਜੋ ਸ਼ਹੀਦ ਜਸਵੰਤ ਸਿੰਘ ਖਾਲੜਾ ਨੇ ਕੰਮ ਅਧੂਰਾ ਛੱਡਿਆ ਸੀ, ਉਹ ਉਹਨਾਂ ਨੂੰ ਹੂੰ, ਪੂਰਾ ਕਰਨ ਲਈ ਮਸ਼ਾਲ ਲੈ ਕੇ ਤੁਰੇ। ਸੋ ਆਪਾਂ ਨੂੰ ਹੂੰ, ਆਹ ਤਾਕਤ ਦੀ ਗੱਲ, ਇਹ ਜਿਹੜੀ ਸਾਡੀਆਂ ਔਰਤਾਂ ਨੇ, ਸਾਡੀਆਂ ਬੀਬੀਆਂ ਨੇ, ਜਿਨ੍ਹਾਂ ਨੇ ਹੂੰ। ਆਪਣਾ ਹਿੱਸਾ ਪਾਇਆ ਸੰਘਰਸ਼ ਵਾਸਤੇ ਔਰ ਕੌਮ ਨੂੰ ਉਸਾਰਨ ਵਾਸਤੇ, ਉਹਦੀ ਗੱਲ ਵੀ ਕਰਨੀ ਜ਼ਰੂਰੀ ਹੈ। ਜੀ, ਸੰਘਰਸ਼ ਚੱਲਿਆ, ਖਾਲੜਾ ਮਿਸ਼ਨ ਸ਼ੁਰੂ ਹੋਇਆ। ਬੀਬੀ ਖਾਲੜਾ ਇਸ ਪੂਰੇ ਸੰਘਰਸ਼ ਨੂੰ ਇੱਥੋਂ ਤੱਕ ਲੈ ਕੇ ਗਏ ਕਿ ਪੁਲਿਸ ਮੁਲਾਜ਼ਮਾਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ। ਪਰਿਵਾਰ ਦੇ ਨਾਲ ਜੁੜੇ ਹੋਣ ਦੇ ਨਾਤੇ, ਇੱਕ ਲੇਖਕ ਦੇ ਤੌਰ ਤੇ ਜਾਂ ਫਿਰ ਇੱਕ ਸਿੱਖ ਚਿੰਤਕ ਹੋਣ ਦੇ ਨਾਤੇ ਤੁਹਾਨੂੰ ਲੱਗਦਾ ਹੈ ਕਿ ਇਨਸਾਫ ਹੋਇਆ? ਹਮ ਇਨਸਾਫ ਇਨਸਾਫ ਤੇ ਕਦੇ ਵੀ ਨਹੀਂ ਹੋ ਸਕਦਾ, ਹਨਾ? ਜੋ ਮਨੁੱਖੀ ਅਧਿਕਾਰਾਂ ਦਾ ਘਾਣ ਪੰਜਾਬ ਦੇ ਨਾਲ ਹੋਇਆ, ਪਰ ਇਹ ਉਹਨਾਂ ਦੇ 2 ਚੀਜ਼ਾਂ ਨਿਕਲੀਆਂ ਉਹਨਾਂ ਦੇ, ਜਿਹੜੀ ਉਹਨਾਂ ਨੇ ਇਹ ਮਸਲੇ ਨੂੰ ਅੱਗੇ ਲੈ ਕੇ ਤੁਰੇ ਔਰ ਜਿਸ ਸ਼ਿੱਦਤ ਨਾਲ ਉਹਨੂੰ ਬਾਖੂਬੀ ਨਿਭਾਇਆ ਤੇ ਲੜਦੇ ਰਹੇ, ਉਹਦੇ ਵਿੱਚ ਇੱਕ ਤੇ ਇਹ ਨਿਕਲਿਆ ਕਿ ਜਿਹੜੀ ਜਵਾਬਦੇਹੀ ਦੇ ਨਾਲ ਸਾਨੂੰ ਅੱਗੇ ਤੁਰਨਾ ਚਾਹੀਦਾ, ਅਕਾਊਂਟੇਬਿਲਿਟੀ ਦਿਖਾਣੀ ਚਾਹੀਦੀ ਹੈ, ਉਹਦਾ ਇੱਕ ਐਗਜ਼ਾਮਪਲ ਉਹਨਾਂ ਨੇ ਸੈੱਟ ਕੀਤਾ, ਇੱਕ ਮਿਸਾਲ ਸੈੱਟ ਕੀਤੀ ਕਿ ਅਸੀਂ ਸਿਰਫ ਇਹ ਨਹੀਂ ਕਹਿਣਾ ਕਿ ਸਾਡੇ ਨਾਲ ਇਨਸਾਫ ਨਹੀਂ ਹੋਇਆ, ਇਨਸਾਫ ਨਹੀਂ ਹੋਇਆ। ਅਸੀਂ ਜਿੰਨਾ ਕੁ ਮਿਲ ਸਕਦਾ ਹੈ ਉਹਨੂੰ ਲੈਣ ਦੀ ਕੋਸ਼ਿਸ਼ ਜ਼ਰੂਰ ਕਰਨੀ ਹੈ, ਆਪਣੀ ਆਵਾਜ਼ ਬੁਲੰਦ ਰੱਖਣੀ ਹੈ। ਤੇ ਹੂੰ, ਦੂਜਾ ਹੈ ਕਿ ਉਹਨਾਂ ਨੇ ਕੋਰਟ ਜੋ ਵੀ ਉਹਨਾਂ ਨੇ 7 ਸਜ਼ਾਵਾਂ ਵੀ ਹੋਈਆਂ, ਉਹਦੇ ਵਿੱਚ 5 ਨੂੰ ਤਾਂ ਉਮਰ ਸਜ਼ਾ ਹੋਈ। ਉਹਦੇ ਵਿੱਚ ਕੋਰਟ ਨੇ ਇਹ ਐਕਸੈਪਟ ਕੀਤਾ, ਸਿਸਟਮ ਨੇ ਐਕਸੈਪਟ ਕੀਤਾ ਕਿ ਹਾਂ, ਸਾਡੇ ਕੋਲੋਂ ਮਨੁੱਖੀ ਅਧਿਕਾਰਾਂ ਦਾ ਘਾਣ ਹੋਇਆ। ਉਹ ਪਹਿਲਾ ਐਕਨੋਲੇਜਮੈਂਟ ਹੋਇਆ ਜਿਹੜਾ। ਸੋ ਉਹ ਬਹੁਤ ਜ਼ਰੂਰੀ ਸੀਗਾ ਕਿ ਸਰਕਾਰ ਵੱਲੋਂ ਜਿਹੜਾ ਐਕਨੋਲੇਜਮੈਂਟ ਹੋਇਆ ਕਿ ਹਾਂ, ਸਾਡੇ ਕੋਲੋਂ ਪੁਲਿਸ ਨੇ ਇਹ ਕੀਤਾ, ਉਹ ਬਹੁਤ ਜ਼ਰੂਰੀ ਸੀਗਾ। ਸੋ ਇਨਸਾਫ ਤੇ ਕਦੇ ਨਹੀਂ ਮਿਲ ਸਕਦਾ, ਪਰ ਇਨਸਾਫ ਦੀ ਉਮੀਦ ਵੀ ਅਸੀਂ ਨਹੀਂ ਰੱਖ ਸਕਦੇ ਔਰ ਰੱਖਣੀ ਵੀ ਨਹੀਂ ਹੂੰ, ਚਾਹੀਦੀ। ਸਾਨੂੰ ਹੂੰ, ਇਸ ਤਰ੍ਹਾਂ ਦੇ ਜਿਹੜੇ ਵੀ ਮਨੁੱਖੀ ਅਧਿਕਾਰਾਂ ਦੇ ਘਾਣ ਹੋ ਰਹੇ ਆ, ਉਸ ਤੋਂ ਇੱਕੋ ਚੀਜ਼ ਸਿੱਖਣੀ ਹੈ ਕਿ ਅਸੀਂ ਕਿਵੇਂ ਤਕੜੇ ਹੋਣਾ ਹੈ। ਔਰ ਸ਼ਹੀਦ ਹੂੰ, ਜਸਵੰਤ ਸਿੰਘ ਖਾਲੜਾ ਨੇ ਸਾਨੂੰ ਪੂਰੀ ਤਾਂਉਮਰ ਇਹੀ ਸਿਖਾਇਆ ਕਿ ਹੂੰ, ਅਸੀਂ ਸ਼ਹਾਦਤ ਤੇ ਸਾਡੇ ਵਾਸਤੇ ਸਭ ਤੋਂ ਵੱਡਾ ਤੋਹਫ਼ਾ ਹੈ। ਸੋ ਹੂੰ। ਅਸੀਂ ਸ਼ਹਾਦਤਾਂ ਦਾ ਇਨਸਾਫ ਕਿਵੇਂ ਲੈ ਸਕਦੇ ਹਾਂ? ਸ਼ਹਾਦਤਾਂ ਜੀ। ਤੇ ਸਾਡੇ ਜਿਹੜੇ ਮਹਿਲ ਨੂੰ ਉਸਾਰਨ ਵਾਸਤੇ ਨੀਂਹ ਪੱਕੀ ਕਰਦੀਆਂ ਨੇ। ਹੂੰ, ਸੋ ਅਸੀਂ ਕੌਮ ਨੂੰ ਇਕਜੁੱਟ ਹੋਣਾ ਹੈ ਔਰ ਹੂੰ, ਆਪਣਾ ਮਹਿਲ ਜਿਹੜਾ ਕੌਮ ਦਾ ਉਹ ਉਸਾਰਨਾ ਹੈ। ਉਹਦੇ ਵਾਸਤੇ ਸਾਡੀ ਉਸਾਰੀ ਜਿਹੜੀ ਸਾਡੀ ਬਿਰਤੀ ਹੋਣੀ ਚਾਹੀਦੀ ਹੈ। ਉਸਾਰੂ ਹੂੰ, ਬਿਰਤੀ ਦੇ ਮਾਲਕ ਹੋਣਾ ਬਹੁਤ ਜ਼ਰੂਰੀ ਹੈ ਸਾਨੂੰ। ਸਾਨੂੰ ਵਿਕਟਿਮਸ ਨਹੀਂ ਹੂੰ। ਹੋਣਾ, ਸਾਨੂੰ ਉਸਾਰੂ ਜੀ। ਬਿਰਤੀ ਦੇ ਮਾਲਕ ਹੋਣਾ। ਇਹ ਜਿਵੇਂ ਤੁਸੀਂ ਕਿਹਾ, ਇਹ ਤੋਂ ਮੈਨੂੰ ਯਾਦ ਆਇਆ ਕਿ ਗੁਰੂ ਸਾਹਿਬ ਨੇ ਹਮੇਸ਼ਾ ਕਿਹਾ ਕਿ ਸਿੱਖ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦੇ ਆ ਤੇ ਸਾਨੂੰ ਰਹਿਣਾ ਵੀ ਚਾਹੀਦਾ, ਭਾਣਾ ਮੰਨਣਾ ਹੀ ਪੈਣਾ ਹੈ ਤੇ ਗੁਰੂ ਸਾਹਿਬ ਦਾ ਫਰਮਾਨ ਹੈ। ਪਰ ਤੁਹਾਨੂੰ ਇਹ ਲੱਗਦਾ ਹੈ ਕਿ ਅਕਾਲੀ ਦਲ ਵਰਗੀਆਂ ਪੰਥਕ ਜਥੇਬੰਦੀਆਂ, ਜਿਨ੍ਹਾਂ ਦੇ ਆਗੂ ਸਨ ਜਸਵੰਤ ਸਿੰਘ ਖਾਲੜਾ, ਉਹਨਾਂ ਪੰਥਕ ਪਾਰਟੀਆਂ ਨੇ ਆਪਣੇ ਸ਼ਹੀਦ ਨੂੰ, ਜਿਸ ਦੇ ਨਾਮ ਦੇ ਉੱਤੇ ਜਾਂ ਫਿਰ ਜਿਨ੍ਹਾਂ ਦੀ ਸ਼ਹਾਦਤ ਨੂੰ ਲੈ ਕੇ ਅਕਾਲੀ ਦਲ ਕਿਸ ਇੱਕ ਵੱਡੇ ਮੁਕਾਮ ਤੇ ਜਾ ਸਕਦਾ ਸੀ, ਉਸ ਪੰਥਕ ਦਲ ਵਰਗਿਆਂ ਨੇ ਹੀ ਜਸਵੰਤ ਸਿੰਘ ਖਾਲੜਾ ਨੂੰ ਆਪਣੇ ਆਪ ਤੋਂ ਵੱਖ ਕਰਕੇ ਰੱਖ ਦਿੱਤਾ। ਸੋ ਜਸਵੰਤ ਸਿੰਘ ਖਾਲੜਾ ਅਕਾਲੀ ਦਲ ਦੇ ਆਗੂ ਨਹੀਂ ਸੀ। ਉਹ ਅਕਾਲੀ ਦਲ ਥੋੜੇ ਸਮੇਂ ਵਾਸਤੇ ਉਹਨਾਂ ਦੇ ਨਾਲ ਕੰਮ ਕੀਤਾ, ਉਹਨਾਂ ਦੇ ਹਿਊਮਨ ਰਾਈਟਸ ਵਿੰਗ ਵਿੱਚ। ਸੋ ਹੂੰ, ਉਹ ਆਪਣੇ ਆਪ ਨੂੰ ਕੋਈ ਪਾਰਟੀ ਦੇ ਨਾਲ ਅਲਾਈਨ ਕਰਨਾ ਨਹੀਂ ਚਾਹੁੰਦੇ ਸੀਗੇ, ਕਿਉਂਕਿ ਉਹਨਾਂ ਦਾ ਜਿਹੜਾ ਮਿਸ਼ਨ ਸੀਗਾ ਉਹ ਰਾਜਨੀਤੀ ਤੋਂ ਬਹੁਤ ਉੱਤੇ ਸੀਗਾ। ਸੋ ਉਹ ਉਹਨਾਂ ਦੀ ਆਪਣੀ ਵੱਖਰੇ ਜਥੇਬੰਦੀ ਸੀਗੀ, ਜਿਹੜਾ ਆਪਣਾ ਫਰੰਟ ਸੀਗਾ, ਦਮਨ ਵਿਰੋਧੀ ਫਰੰਟ ਉਹਨਾਂ ਨੇ ਚਲਾਇਆ, ਜਿਹੜਾ ਕਿ ਬਾਅਦ ਵਿੱਚ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦਾ ਰੂਪ ਲੈਂਦਾ ਹੈ। ਪਰ ਉਹ ਥੋੜੇ ਸਮੇਂ ਉਹਨਾਂ ਨੇ ਅਕਾਲੀ ਦਲ ਦੇ ਨਾਲ ਕੰਮ ਜ਼ਰੂਰ ਕੀਤਾ, ਪਰ ਉਹ ਵੀ ਉਹਨਾਂ ਨੇ ਅਸਤੀਫਾ ਦੇ ਦਿੱਤਾ ਜਦ ਉਹ ਬਾਬਰੀ ਮਸਜਿਦ ਦਾ ਨੂੰ ਹੂੰ, ਢਾਇਆ ਬੀਜੇਪੀ ਨੇ। ਤੇ ਬੀਜੇਪੀ ਦੇ ਨਾਲ ਜਿਹੜੀ ਅਕਾਲੀ ਦਲ ਦੀ ਅਲਾਇੰਸ ਹੋਈ, ਉਸ ਦੀ ਮੁਖਾਲਫਤ ਕਰਦਿਆਂ ਉਹਨਾਂ ਨੇ ਅਕਾਲੀ ਦਲ ਤੋਂ ਵੀ ਅਸਤੀਫਾ ਲਿਖ ਦਿੱਤਾ ਸੀਗਾ। ਸੋ ਹੂੰ, ਅਸੀਂ ਕੋਈ ਸਾਡੇ ਰਾਜਨੀਤਿਕ ਆਗੂਆਂ ਦੇ ਨਾਲ ਉਮੀਦ ਨਹੀਂ ਕਰ ਸਕਦੇ ਕਿ ਉਹ ਉਹਨਾਂ ਨੂੰ ਲੈ ਕੇ ਜਾਂ ਉਹਨਾਂ ਨੂੰ ਇੱਕ ਰੋਲ ਮਾਡਲ ਵਾਂਗੂ ਪੇਸ਼ ਕਰਨ। ਹੂੰ, ਕਿਉਂਕਿ ਪਿੱਛੇ ਬਹੁਤ ਕੁਝ ਹੈ, ਹਨਾ? ਸਾਰਿਆਂ ਦੇ ਹੱਥ ਰੰਗੇ ਹੋਏ ਨੇ। ਸੋ ਉਹ ਸ਼ਾਇਦ ਉਹ ਚੈਪਟਰ ਜਿਹੜਾ ਕਾਲਾ ਦੌਰ ਕਹਿ ਕੇ ਉਹ ਭੁਲਾ ਦੇਣਾ ਚਾਹੁੰਦੇ ਨੇ, ਜਿਹੜੀ ਵੀ ਸਿਆਸੀ ਜੀ, ਪਾਰਟੀ ਹੋਵੇ, ਚਾਹੇ ਭਾਵੇਂ ਉਹ ਕਾਂਗਰਸ ਹੋਵੇ, ਭਾਵੇਂ ਅਕਾਲੀ ਦਲ ਹੋਵੇ। ਜੀ, ਸੋ ਆਪਾਂ ਨੂੰ ਉਹਨਾਂ ਤੋਂ ਕੋਈ ਉਮੀਦ ਨਹੀਂ ਰੱਖਣੀ ਚਾਹੀਦੀ। ਉਹ ਤੇ ਸਾਡੇ ਸ਼ਹੀਦ ਜਸਵੰਤ ਸਿੰਘ ਖਾਲੜਾ ਜਿਹੜਾ ਇੱਕ ਐਸੇ ਸ਼ਖਸੀਅਤ ਨੇ ਕਿ ਉਹਨਾਂ ਨੂੰ
ਭਾਵੇਂ ਪੰਜਾਬ ਵਿੱਚ ਰਾਈਟ ਵਿੰਗ ਹੋਵੇ, ਸੈਂਟਰ ਹੋਵੇ ਜਾਂ ਲੈਫਟ ਵਿੰਗ ਹੋਵੇ, ਕੋਈ ਵੀ ਉਹਨਾਂ ਨੂੰ ਅਪਣਾਉਣ ਤੋਂ ਨਾ ਨਹੀਂ ਕਰ ਸਕਦਾ। ਉਹ ਜੀ। ਸਾਰਿਆਂ ਨੂੰ ਜੋੜਦੇ ਨੇ। ਉਹ ਹੂੰ, ਬਚਪਨ ਤੋਂ ਲੈ ਕੇ ਆਪਣੀ ਸ਼ਹਾਦਤ ਤੱਕ ਉਹਨਾਂ ਨੇ ਸਿਰਫ਼ ਸਿੱਖਾਂ ਦੇ ਹੱਕ ਦੀ ਗੱਲ ਨਹੀਂ ਕੀਤੀ। ਉਹਨਾਂ ਹੂੰ, ਨੇ ਮਜ਼ਦੂਰਾਂ ਦੇ ਹੱਕ, ਜਿਹੜਾ ਪੱਲੇਦਾਰਾਂ ਦੇ ਹੱਕ ਵਿੱਚ ਖੜੇ ਹੋਏ ਸਭ ਤੋਂ ਪਹਿਲਾਂ ਉਹ, ਜਦ 13-14 ਸਾਲਾਂ ਦੀ ਉਮਰ ਸੀਗੀ, ਤੇ ਉਹਨਾਂ ਨੇ ਸਭ ਸਭ ਤੋਂ ਪਹਿਲਾਂ ਜਿਹੜਾ ਰੋਸ ਜ਼ਾਹਿਰ ਕੀਤਾ ਸੀ ਆਪਣੇ ਹਾਣੀਆਂ ਨੂੰ ਹਾਈ ਸਕੂਲ ਦੇ ਹਾਣੀਆਂ ਨੂੰ ਲੈ ਕੇ, ਉਹ ਪੱਲੇਦਾਰਾਂ ਨੂੰ ਉਹਨਾਂ ਦੀ ਬਣਦੀ ਉਜਰਤ ਦੇ ਵਾਸਤੇ ਕੀਤਾ ਸੀ, ਦਿਵਾਉਣ ਵਾਸਤੇ ਕੀਤਾ ਸੀ, ਆੜ੍ਹਤੀਆਂ ਦੇ ਖਿਲਾਫ। ਸੋ ਹੂੰ, ਉਹ ਜਦ ਪੰਚਾਇਤ ਸਕੱਤਰ ਵੀ ਬਣਦੇ ਨੇ, ਪੂਰੇ ਪੰਜਾਬ ਦੇ ਪੰਚਾਇਤ ਸਕੱਤਰ ਬਣਦੇ ਨੇ, ਤੇ ਉਹ ਸਭ ਤੋਂ ਪਹਿਲਾ ਮੁੱਦਾ ਇਹੀ ਹੁੰਦਾ ਹੈ ਕਿ ਜਿਹੜੇ ਨਿਮਨ ਵਰਗ ਦੇ ਲੋਕ ਨੇ, ਜਿਹੜੇ ਕਿ ਮਜ਼ਦੂਰ ਵਰਗ ਹੈ ਔਰ ਹੂੰ, ਲੋਅਰ ਕਾਸਟ ਦੇ ਲੋਕ ਹੈ, ਉਹਨਾਂ ਦਾ ਹੱਕ ਬੁਲੰਦ ਕਰਨਾ, ਉਹਨਾਂ ਦੇ ਹੱਕ ਦੀ ਆਵਾਜ਼ ਬੁਲੰਦ ਕਰਨਾ ਉਹਨਾਂ ਦਾ ਰੋਲ ਹੁੰਦਾ। ਸੋ ਹੂੰ, ਸ਼ਹੀਦ ਜਸਵੰਤ ਸਿੰਘ ਖਾਲੜਾ ਸਾਰਿਆਂ ਨੂੰ ਜੋੜਦੇ ਨੇ, ਭਾਵੇਂ ਉਹ ਪੰਜਾਬ ਦੇ ਸ਼ਹੀਦ ਜੁਝਾਰੂ ਪਰਿਵਾਰਾਂ ਦੇ ਪਰਿਵਾਰ ਹੋਣ, ਉਹ ਵੀ ਹੂੰ, ਉਹਨਾਂ ਦੀ ਜਿਹੜੀ ਸ਼ਹਾਦਤ ਹੈ ਉਸ ਤੋਂ ਮੁਨਕਰ ਨਹੀਂ ਨੇ, ਜਾਂ ਉਹਨਾਂ ਦਾ ਯੋਗਦਾਨ ਹੈ ਉਸ ਤੋਂ ਮੁਨਕਰ ਨਹੀਂ ਨੇ। ਔਰ ਜਿਹੜਾ ਲੈਫਟ ਵਿੰਗ ਹੈ, ਕਿਉਂਕਿ ਉਹਨਾਂ ਦਾ ਖੱਬੇ ਪੱਖੀ, ਉਹਨਾਂ ਦਾ ਸ਼ਹੀਦ ਭਗਤ ਸਿੰਘ ਤੋਂ ਪ੍ਰੇਰਿਤ ਹੋ ਕੇ ਭਾਰਤ ਨੌਜਵਾਨ ਸਭਾ ਦੇ ਮੈਂਬਰ ਰਹਿ ਕੇ ਉਹਨਾਂ ਨੇ ਕਾਫੀ ਕੰਮ ਕੀਤਾ। ਲੈਫਟ ਵੀ ਉਹਨਾਂ ਤੋਂ ਇੰਸਪਾਇਰਡ ਹੈ। ਸੋ ਜੀ। ਉਹ ਸਾਡੇ ਉੱਪਰ ਹੈ, ਅਸੀਂ ਪੰਜਾਬ ਦੇ ਲੋਕਾਂ ਦੇ, ਉਹ ਪੂਰੇ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਹੈ। ਔਰ ਮੈਂ ਕਹੂੰਗੀ ਕਿ ਹੂੰ, ਪੰਜਾਬ ਨੂੰ ਹੀ ਨਹੀਂ ਰਿਪਰੈਜ਼ੈਂਟ ਕਰਦੇ, ਇਹ ਕਿਤਾਬ ਲਿਖ ਕੇ ਡਾਇਸਪੋਰਾ ਵਿੱਚ ਲਾਂਚ ਕਰਕੇ ਇੱਥੇ ਦੀ ਯੂਨੀਵਰਸਿਟੀਜ਼ ਇਹ ਕਿਤਾਬ ਜਿਹੜੀਆਂ ਪੜ੍ਹ ਰਹੀਆਂ ਨੇ, ਅਸੀਂ ਸ਼ਹੀਦ ਜਸਵੰਤ ਸਿੰਘ ਖਾਲੜਾ ਨੂੰ ਵਰਲਡ ਵਾਈਡ ਹਿਊਮਨ ਰਾਈਟਸ ਦਾ ਇੱਕ ਅਲੰਬਰਦਾਰ, ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਵਜੋਂ ਪੇਸ਼ ਕਰ ਰਹੇ ਹਾਂ, ਕਿਉਂਕਿ ਉਹਨਾਂ ਨੇ ਕੋਈ ਹੂੰ। ਵਿਤਕਰਾ ਨਹੀਂ ਕੀਤਾ ਕਿ ਕਿਸ ਮਨੁੱਖ ਦੇ ਅਧਿਕਾਰਾਂ ਦਾ ਘਾਣ ਹੁੰਦਾ ਆ। ਉਹਨਾਂ ਨੇ ਸਭ ਦੇ ਵਾਸਤੇ ਆਵਾਜ਼ ਬੁਲੰਦ ਕੀਤੀ। ਜਿਵੇਂ ਤੁਸੀਂ ਕਹਿ ਰਹੇ ਹੋ ਕਿ ਵਰਲਡ ਵਾਈਡ ਅਸੀਂ ਜਸਵੰਤ ਸਿੰਘ ਖਾਲੜਾ ਨੂੰ ਲੈ ਕੇ ਗਏ ਹਾਂ ਇਸ ਕਿਤਾਬ ਜ਼ਰੀਏ। ਹਾਲ ਹੀ ਦੇ ਵਿੱਚ ਜਿਹੜੀ ਦਲਜੀਤ ਦੋਸਾਂਝ ਨੇ ਉਹ ਵੀ ਫਿਲਮ ਲੈ ਕੇ ਆ ਰਹੇ ਨੇ 95। ਉਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਬਾਲੀਵੁੱਡ ਦੇ ਵਿੱਚ ਇਸ ਤਰੀਕੇ ਦੀ ਇੱਕ ਫਿਲਮ ਆਉਣਾ, ਦਲਜੀਤ ਦੋਸਾਂਝ ਜਿਸ ਦੇ ਵਿੱਚ ਕਿ ਕਿਰਦਾਰ ਨਿਭਾ ਰਹੇ ਨੇ, ਹਾਲਾਂਕਿ ਉਸ ਦੇ ਵਿੱਚੋਂ ਕਈ ਸੀਨ ਕੱਟੇ ਜਾ ਰਹੇ ਨੇ ਸੈਂਸਰ ਬੋਰਡ ਦੇ ਵੱਲੋਂ, ਇਹ ਤਮਾਮ ਚੀਜ਼ਾਂ ਨੂੰ ਫਿਰ ਕਿਵੇਂ ਦੇਖਿਆ ਜਾ ਸਕਦਾ ਹੈ, ਖਾਸ ਕਰਕੇ ਸਿੱਖ ਇਤਿਹਾਸ, ਜਸਵੰਤ ਸਿੰਘ ਖਾਲੜਾ ਦੇ ਪੂਰੇ ਇਤਿਹਾਸ ਨੂੰ ਦੇਖਦਿਆਂ ਹੋਇਆਂ? ਹਾਂ, ਬਹੁਤ ਚੰਗੀ ਗੱਲ ਹੈ। ਹਾਂ, ਇਹ ਕਿਤਾਬ ਤੋਂ ਸ਼ੁਰੂਆਤ ਹੋਈ, ਉਸ ਤੋਂ ਬਾਅਦ ਦੂਜੀ ਕਿਤਾਬ ਆਈ ਸਰਦਾਰ ਅਜਮੇਰ ਸਿੰਘ ਜੀ ਦੀ, ਤੇ ਉਸ ਤੋਂ ਬਾਅਦ ਆਪਣਾ ਮੂਵੀ ਦਾ ਅਨਾਉਂਸਮੈਂਟ ਹੋਇਆ। ਤੇ ਬਹੁਤ ਚੰਗੀ ਗੱਲ ਹੈ, ਜਿਹਨੇ ਔਰ ਬਾਲੀਵੁੱਡ ਮੇਨ ਸਟ੍ਰੀਮ ਮੂਵੀ ਹੋਣ ਕਰਕੇ ਹੋਰ ਵੀ ਚੰਗਾ ਕਿ ਇੰਡੀਆ ਦੇ ਲੋਕਾਂ ਨੂੰ ਪਤਾ ਚੱਲੇਗਾ ਕਿ ਪੰਜਾਬ ਵਿੱਚ ਕੀ ਵਾਪਰਿਆ। ਪਰ ਉਹ ਤੇ ਅਸੀਂ ਸੋਚ ਹੀ ਸਕਦੇ ਸੀਗੇ ਕਿ ਉਹਨਾਂ ਦੇ ਮਤਲਬ ਸਰਕਾਰਾਂ ਨੇ ਦੇ ਉੱਪਰ ਇਤਰਾਜ਼ ਕਰਨਾ ਹੈ, ਤੇ ਉਹਨਾਂ ਨੂੰ ਜਿਹੜੇ ਕੱਟਸ ਲਗਾਉਣ ਨੂੰ ਕਿਹਾ ਜਾ ਰਿਹਾ ਹੈ ਉਹ ਕਾਫੀ ਨੇ। ਹੁਣੇ ਪਿੱਛੇ ਅਸੀਂ ਬੜੇ ਐਕਸਾਈਟਿਡ ਸੀਗੇ ਕਿ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ, ਮੈਂ ਅੱਜਕੱਲ ਟੋਰਾਂਟੋ ਹੁੰਦੀ ਹਾਂ, ਤੇ ਜੀ। ਇੰਟਰਨੈਸ਼ਨਲ ਫਿਲਮ ਫੈਸਟੀਵਲ ਜਿਹੜਾ ਕਿ ਬਹੁਤ ਵੱਡਾ ਫਿਲਮ ਫੈਸਟੀਵਲ ਦੁਨੀਆ ਦਾ ਮੰਨਿਆ ਜਾਂਦਾ ਹੈ, ਉਹਦੇ ਵਿੱਚ ਉਹ ਮੂਵੀ ਦਾ ਸਿਲੈਕਸ਼ਨ ਹੋਇਆ। ਤੇ ਅਸੀਂ ਬੜੇ ਐਕਸਾਈਟਿਡ ਸੀ, ਅਸੀਂ ਟਿਕਟ ਦੀ ਉਡੀਕ ਕਰ ਰਹੇ ਸੀ ਕਿ ਟਿਕਟ ਪਬਲਿਕ ਹੋਣ ਤੇ ਅਸੀਂ ਲਈਏ। ਅਸੀਂ ਰੋਜ਼ ਦੇਖਦੇ ਸੀ ਜਾ ਕੇ ਵੈਬਸਾਈਟ ਤੇ। ਤੇ ਇੱਕ ਦਿਨ ਮੈਂ ਜਾ ਕੇ ਦੇਖਿਆ ਟਿਕਟ ਲੈਣ ਵਾਸਤੇ, ਇੱਥੇ ਦੇਖਿਆ ਕਿ ਉਹ ਮੂਵੀ ਹੈ ਹੀ ਨਹੀਂ ਉੱਥੇ। ਜੀ। ਉਹ ਉਹਨਾਂ ਨੇ, ਪ੍ਰੋਡਿਊਸਰ ਨੇ ਵਾਪਸ ਲੈ ਲਈ। ਸੋ ਮੈਂ ਥੋੜਾ ਜਿਹਾ ਰਿਸਰਚ ਕਰਨਾ ਸ਼ੁਰੂ ਕੀਤਾ, ਤੇ ਆਫ ਕੋਰਸ ਇੰਡੀਅਨ ਗਵਰਨਮੈਂਟ ਨੇ, ਸੈਂਸਰ ਬੋਰਡ ਨੇ ਕਿਹਾ ਕਿ ਇਹ ਕੁਛ 28 ਕੁ ਸੀਨਸ ਕੱਟੇ ਜਾਣ। ਇੱਥੇ ਤੱਕ ਕਿ ਪੰਜਾਬ ਪੁਲਿਸ ਦਾ, ਮੇਰੇ ਖਿਆਲ ਮੈਂ ਜੋ ਸੁਣਿਆ ਹੈ ਕਿ ਉਹ ਉਹਦਾ ਰੈਫਰੈਂਸ ਹੀ ਕੱਟ ਦੇਣ ਨੂੰ ਕਹਿ ਰਹੇ ਨੇ। ਉਸ ਤੋਂ ਬਾਅਦ ਤੇ ਫਿਰ ਹੂੰ। ਉਹ ਸਟੋਰੀ ਨਹੀਂ ਰਹਿ ਜਾਂਦੀ ਕੁਛ। ਸੋ ਜੀ। ਇਸ ਕਰਕੇ ਕਿਤਾਬ ਬਹੁਤ ਅਹਿਮੀਅਤ ਰੱਖਦੀ ਹੈ, ਕਿਉਂਕਿ ਇਸ ਕਿਤਾਬ ਵਿੱਚ ਜੋ ਸੱਚ ਪਰਿਵਾਰ ਨੇ ਹੰਢਾਇਆ ਹੈ, ਔਰ ਪਰਿਵਾਰ ਨੇ ਦੇਖਿਆ, ਔਰ ਪਰਿਵਾਰ ਨੇ ਲੜਿਆ ਹੈ, ਉਹ ਸੱਚ ਹੈ। ਔਰ ਇਹ ਬੀਬੀ ਖਾਲੜਾ ਦੇ ਲਫ਼ਜ਼ਾਂ ਵਿੱਚ ਉਹਨਾਂ ਨੇ ਕਿਹਾ ਸੀ ਕਿ ਇਹ ਕਿਤਾਬ ਨਿਰਛਲ ਅਤੇ ਦੂਜਾ ਲਫ਼ਜ਼ ਉਹਨਾਂ ਨੇ ਵਰਤਿਆ ਸੀਗਾ ਕਿ ਜਿਹਦੇ ਵਿੱਚ ਕੋਈ ਬਾਇਸ ਨਹੀਂ ਹੈ, ਹਨਾ, ਹੂੰ, ਹੂੰ, ਹੂੰ। ਕਿਸੇ ਨਿਰਪੱਖ ਤੇ ਨਿਰਛਲ ਹੈ। ਜੀ। ਸੋ ਕਿਉਂਕਿ ਕਿਸੇ ਇੱਕ ਬੰਦੇ ਦੀ ਸੋਚ ਨੂੰ ਨਹੀਂ ਆਪਾਂ ਦਿਖਾ ਰਹੇ ਹਾਂ, ਕਿਸੇ ਹੂੰ। ਪੋਲੀਟੀਕਲ ਪਾਰਟੀ ਦੀ ਸੋਚ ਨੂੰ ਨਹੀਂ ਦਿਖਾ ਰਹੇ ਹਾਂ ਆਪਾਂ, ਜਸਵੰਤ ਸਿੰਘ ਖਾਲੜਾ ਦੀ ਜਿਹੜੀ ਨਿਰੋਲ ਜ਼ਿੰਦਗੀ ਸੀ ਉਹਨੂੰ ਦਿਖਾਇਆ, ਕਿਉਂਕਿ ਇਹ ਪਰਿਵਾਰ ਦੇ ਨਜ਼ਰੀਏ ਤੋਂ ਲਿਖੀ ਹੋਈ ਕਿਤਾਬ ਹੈ।
ਬਹੁਤ-ਬਹੁਤ ਸ਼ੁਕਰੀਆ ਗੁਰਮੀਤ ਜੀ, ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਹੈ ਕਿਤਾਬ ਬਾਰੇ, ਖਾਸ ਕਰਕੇ ਜਸਵੰਤ ਸਿੰਘ ਖਾਲੜਾ ਜੀ ਬਾਰੇ। ਸਾਡੇ ਨਾਲ ਉਹ ਚੀਜ਼ਾਂ ਸਾਂਝੀਆਂ ਕੀਤੀਆਂ ਹੈ, ਉਹ ਦਰਦ ਸਾਂਝਾ ਕੀਤਾ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਕਿਤਾਬ ਲਿਖੀ ਗਈ ਤੇ ਪਰਿਵਾਰ ਨੂੰ ਜਦੋਂ ਤੁਸੀਂ ਮਿਲੇ ਤਾਂ ਉਹ ਪੂਰਾ ਐਕਸਪੀਰੀਅੰਸ ਤੁਹਾਡਾ ਕਿਵੇਂ ਦਾ ਰਿਹਾ। ਬਹੁਤ-ਬਹੁਤ ਸ਼ੁਕਰੀਆ, ਤੁਸੀਂ ਇਹ ਵਡਮੁੱਲੀ ਜਾਣਕਾਰੀ ਸਾਡੇ ਹਿੱਸੇ ਪਾਈ ਹੈ। ਤੁਹਾਡਾ ਧੰਨਵਾਦ ਮੈਨੂੰ ਸੱਦਣ ਲਈ ਤੇ ਸ਼ਹੀਦ ਜਸਵੰਤ ਸਿੰਘ ਖਾਲੜਾ ਨੂੰ ਯਾਦ ਕਰਨ ਲਈ। ਸਤਿ ਸ਼੍ਰੀ ਅਕਾਲ।